ਸਰਕਾਰਾਂ ਦੇ ਵਿੱਚ ਜਿਹੜੇ ਕੁਝ ਲੋਕ ਸੀਗੇ ਜਾਂ ਪੋਲੀਟੀਸ਼ੀਅਨ ਸੀਗੇ ਉਹਨਾਂ ਨੇ ਕਿਹਾ ਕਿ ਕੁਝ ਕੁ ਘਰਾਣੇ ਨੇ ਜਾਂ ਇੱਕ ਦੋ ਘਰਾਣੇ ਨੇ ਉਹਨਾਂ ਦੀਆਂ ਹੀ ਬੱਸਾਂ ਨੇ। ਇਹ 'ਚ ਕਿੰਨੀ ਸੱਚਾਈ ਹੈਗੀ? ਟਰਾਂਸਪੋਰਟਰਾਂ ਦੇ ਨਾਲ ਹੁਣ ਮਾਫੀਆ ਸ਼ਬਦ ਆ ਗਿਆ, ਕਿਉਂ ਆ ਗਿਆ, ਕੀ ਇਤਰਾਜ਼ ਆ ਤੁਹਾਨੂੰ? ਟਰਾਂਸਪੋਰਟ ਮਿਨਿਸਟਰ ਸੀਗੇ ਜੀ ਰਾਜਾ ਵੜਿੰਗ ਜੀ, ਜਿੱਥੋਂ ਇਲੈਕਸ਼ਨ ਲੜਦੇ ਆ ਗਿੱਦੜਬਾਏ ਤੋਂ ਜੀ, ਉੱਥੋਂ ਉਹਨਾਂ ਦੇ ਅਗੇਂਸਟ ਇਲੈਕਸ਼ਨ ਲੜਦੇ ਜੀ ਅਕਾਲੀ ਦਲ ਦੇ ਡਿੰਪੀ ਢਿੱਲੋਂ। ਉਹਨਾਂ ਨੇ ਉਹਨਾਂ ਨੂੰ ਫਾਈਨੈਂਸ਼ੀਅਲ ਨੁਕਸਾਨ ਕਰਨ ਦੀ ਖਾਤਰ ਜੀ ਉਹਨਾਂ ਨੇ ਆ ਸਾਰਾ ਕੁਝ ਕੀਤਾ ਜੀ। ਉਹ ਤਾਂ ਜਿਹੜਾ ਕੋਈ ਹੋਣਾ ਸੀ, ਸਾਡੇ ਨਾਮ ਦੇ ਨਾਲ ਵੀ ਮਾਫੀਆ ਲੱਗ ਗਿਆ। ਸਿੱਧੂ ਸਾਹਿਬ ਕਹਿੰਦੇ 6000 ਬੱਸਾਂ ਬਣਾ ਰਹੀਆਂ ਬਾਦਲਾਂ ਨੇ, ਜੋ ਉਹਨਾਂ ਦੀ ਸਟੇਟਮੈਂਟਸ ਹੈਗੇ ਨੇ, ਹੋਰ ਬਹੁਤ ਪੋਲੀਟੀਸ਼ੀਅਨ ਕਹਿੰਦੇ। ਬਾਈ ਜੀ ਸਿੱਧੂ ਸਾਹਿਬ ਸੁਣੀ ਸੁਣਾਈ ਗੱਲ ਕਰੀ ਗਏ ਜੀ। ਬਾਦਲ ਕੋਲੇ ਤਾਂ ਕੱਲੀਆਂ 329 ਬੱਸਸ ਨੇ ਜੀ। ਤੁਹਾਡੇ ਦੇ ਇਲਜ਼ਾਮ ਲੱਗਦੇ ਨੇ ਪ੍ਰਾਈਵੇਟ ਟਰਾਂਸਪੋਰਟਰਾਂ ਤੇ ਨਿੱਜੀ ਟਰਾਂਸਪੋਰਟਰਾਂ ਤੇ, ਕਹਿੰਦੇ ਪਰਮਿਟ ਇੱਕ ਹੁੰਦਾ ਹੈ, ਬੱਸਾਂ 4-4 ਚੱਲਦੀਆਂ ਨੇ। ਇਹ ਤਾਂ ਐਵੇਂ ਕਹਿਣ ਦੀਆਂ ਗੱਲਾਂ ਜੀ, ਕੁਝ ਕਹੀ ਜਾਓ। ਜਿਵੇਂ ਸਿੱਧੂ ਸਾਹਿਬ ਨੇ ਕਹਿਤਾ 6000 ਬੱਸਾਂ ਬਾਦਲਾਂ ਕੋਲੇ, ਉਵੇਂ ਕੁਝ ਕਹਿ ਲਓ ਜੀ। 900 ਬੱਸ ਹੈ ਜੀ ਟੋਟਲ ਰੋਡਵੇ ਪੀਆਰਟੀਸੀ ਪ੍ਰਾਈਵੇਟ ਸਾਰੇ ਪੰਜਾਬ 'ਚ ਜੀ, ਤੇ ਉਹ 6000 ਕੱਲੀ ਬਾਦਲਾਂ ਦੀ ਦੱਸੀ ਜਾਂਦੇ ਆ ਜੀ। ਇਹਦੇ ਇਲਜ਼ਾਮ ਬਹੁਤ ਵੱਡੇ ਨੇ, ਕਹਿੰਦੇ ਧੱਕੇਸ਼ਾਹੀ ਤੁਸੀਂ ਬਹੁਤ ਕਰਦੇ ਹੋ, ਸਰਕਾਰੀ ਬੱਸਾਂ ਨੂੰ ਤੁਸੀਂ ਨਹੀਂ ਚੱਲਣ ਦਿੰਦੇ, ਟਾਈਮ ਸਮਾਂ ਸਾਰਣੀ ਦੇ ਵਿੱਚ ਤੁਸੀਂ ਵੱਧ ਲੈਂਦੇ ਹੋ ਤੇ ਧੱਕੇ ਨਾਲ ਸਵਾਰੀਆਂ ਚੜਾ ਕੇ ਲੈ ਜਾਂਦੇ ਹੋ। ਉਹਨਾਂ ਦੇ ਜਿਹੜੀਆਂ ਆਪਦੀਆਂ ਨਾਕਾਮੀਆਂ ਨੇ ਰੋਡਵੇਜ਼ ਪੀਆਰਟੀਸੀ ਦੀਆਂ, ਉਹਨੂੰ ਲੁਕਾਉਣ ਦੀ ਖਾਤਰ ਉਹਨਾਂ ਨੇ ਇਹ ਏਜੰਡਾ ਚਲਾਇਆ। ਟਾਈਮ ਟੇਬਲ ਤੁਹਾਨੂੰ ਦੇ ਦਿੰਦੇ ਆ, ਹੁਣੇ ਦਿੰਨਾ ਤੁਹਾਨੂੰ ਜੀ, ਜਿਹਦੇ ਵਿੱਚ ਸਾਡੇ ਕੋਲੇ 5-5 ਮਿੰਟ ਆ, ਰੋਡਵੇ ਕੋਲ 13-13 ਮਿੰਟ ਆ, ਫਿਰ ਵੀ ਅਸੀਂ ਮਾਫੀਆ ਜੀ। ਮਾਫੀਆ ਇੱਕ ਲੁਟੇਰੇ ਹੀ ਹੋ ਜਾਂਦਾ, ਤੁਹਾਨੂੰ ਲੁਟੇਰੇ ਬਣਾਤਾ। ਸਾਨੂੰ ਲੁਟੇਰੇ ਬਣਾਤਾ ਜੀ। ਇਹ ਜਿਹੜਾ ਧੱਬਾ ਲੱਗਿਆ ਇੱਕ ਮਾਫੀਆ ਦਾ, ਧੱਕੇਸ਼ਾਹੀ ਦਾ, ਕਿ ਸਰਕਾਰੀ ਬੱਸਾਂ ਤੋਂ ਤਾਂ ਤਾਰ ਕੇ ਵੀ ਕਹਿੰਦੇ ਪ੍ਰਾਈਵੇਟ ਵਾਲੇ ਆਪਣੇ ਵੱਲ ਚੜਾ ਲੈਂਦੇ। ਇੰਨਾ ਕਿ ਇਸ ਚੀਜ਼ ਨੇ ਮਾਫੀਏ ਨੇ ਔਖਾ ਕਰਤਾ ਕਿ ਸਾਨੂੰ ਸਪੇਅਰ ਪਾਰਟ ਵਾਲਾ, ਟਾਇਰ ਵਾਲਾ 1 ਰੁਪਏ ਦਾ ਆਧਾਰ ਦੇਣ ਤੋਂ ਵੀ ਭੱਜ ਗਿਆ ਵੀ ਤੁਸੀਂ ਤਾਂ ਮਾਫੀਓ, ਤੁਹਾਡਾ ਕੀ ਆ। ਜਦੋਂ ਤੋਂ ਟਰਾਂਸਪੋਰਟ ਮੰਤਰੀ ਬਣੇ ਰਾਜਾ ਵੜਿੰਗ, ਹੁਣ ਲਾਲਜੀਤ ਸਿੰਘ ਭੁੱਲਰ, ਕਹਿੰਦੇ ਹੁਣ ਰੋਡਵੇਜ਼ ਵਾਲਿਆਂ ਦੀ ਕਮਾਈ ਵੱਧ ਗਈ। ਜਿਹੜੀ ਬੱਸ ਲੇਡੀ ਚੜ ਗਈ ਜੀ, ਮੰਨ ਲਓ ਪਟਿਆਲਿਓਂ ਚੜ ਗਈ, ਉਹਨੇ ਸਰਹੰਦ ਜਾਣਾ ਜੀ, ਬੱਸ ਚੱਲੀ ਅੰਮ੍ਰਿਤਸਰ ਜੀ ਪੀਆਰਟੀਸੀ ਦੀ ਜੀ, ਉਹਦੀ ਟਿਕਟ ਕੱਟੀ ਜਾਂਦੀ ਹੈ ਜਲੰਧਰ ਅੰਮ੍ਰਿਤਸਰ ਦੀ ਜੀ। ਲੇਡੀ ਤਾਂ ਉਤਰ ਗਈ ਥੱਲੇ ਜੀ, ਸਰਹੰਦ ਉਤਰ ਗਈ, ਠੀਕ ਹੈ ਜੀ, ਕਾਗਜ਼ਾਂ 'ਚੋਂ ਟਰੈਵਲ ਕਰ ਰਹੀ ਹੈ ਅੰਮ੍ਰਿਤਸਰ ਤੱਕ। ਤੁਸੀਂ ਚੈੱਕ ਕਰਵਾ ਲਓ, ਕਿਸੇ ਜੀਐਮ ਤੋਂ ਜਾ ਕੇ ਇਨਫੋਰਮੇਸ਼ਨ ਲੈ ਲਓ, ਆਰਟੀ ਐਕਟ 'ਚ ਲੈ ਲਓ ਵੀ ਕੀ ਐਵਰੇਜ ਆ ਰਹੀ ਹੈ। 70 80 ਸਵਾਰੀਆਂ ਦੀ ਕੌਣ ਭਰਦਾ ਫਿਰ? ਜਿਹੜੀ ਲੇਡੀ ਗਵਰਨਮੈਂਟ ਦੇ ਰਹੀ ਹੈ ਜੀ। ਤੁਸੀਂ ਕਹਿੰਦੇ ਹੋ ਕਿ ਚੜ੍ਹਦੀ ਜੇ ਲੁਧਿਆਣਿਓਂ ਜਗਰਾਉਂ ਹੈ ਤਾਂ ਲੁਧਿਆਣਿਓਂ ਫਿਰੋਜ਼ਪੁਰ ਦਾ ਪਾ ਦਿੱਤਾ ਜਾਂਦਾ। ਹਾਂਜੀ ਪਾਤਾ ਜਾਂਦਾ ਜੀ, 70 80 ਸਵਾਰੀਆਂ ਬੱਸ 'ਚ ਜਾਂਦੀਆਂ ਜੀ। ਚਰਚਾ ਇਹ ਆਈ ਹੈ, ਕਹਿੰਦੇ ਕਿ ਜਿਨ੍ਹਾਂ ਦਾ ਟੈਕਸ ਨਹੀਂ ਭਰਿਆ ਉਹਨਾਂ ਦੀ ਬੱਸਾਂ ਪਾਉਣੀਆਂ ਨਹੀਂ ਹੈਗੀਆਂ ਸਮਾਂ ਸਾਰਣੀ 'ਚ, ਉਹ ਚੱਲ ਨਹੀਂ ਸਕਦੀ। ਮੋਟਰ ਵਹੀਕਲ ਐਕਟ ਦੇ ਵਿੱਚ ਕਿਤੇ ਵੀ ਨਹੀਂ ਇਹ ਗੱਲ ਲਿਖੀ ਹੋਈ ਮੈਂਸ਼ਨ ਜੀ ਕਿ ਜੇ ਤੁਹਾਡੇ ਕੋਲ ਟੈਕਸ ਕਲੀਅਰੈਂਸ ਹੈ ਨਹੀਂਗਾ ਤੇ ਅਸੀਂ ਟਾਈਮ ਟੇਬਲ ਦੇ ਵਿੱਚ ਤੁਹਾਡਾ ਟਾਈਮ ਪੈਣ ਨਹੀਂ ਦੇਣਾ। ਹੁਣ ਕਿਹਾ ਜਾਂਦਾ ਹੈ ਕਿ ਟੈਕਸ ਨਾ ਭਰਨ ਕਰਕੇ ਬਹੁਤ ਸਾਰੇ ਜਿਹੜੇ ਟਰਾਂਸਪੋਰਟਰ ਨੇ ਉਹ ਡਿਫਾਲਟਰ ਹੋ ਗਏ ਤੇ ਉਹਨਾਂ ਦੇ ਬੱਸਾਂ ਚੱਲਣ ਨਹੀਂ ਦੇਣੀਆਂ। ਵੀ ਉਹ ਟੈਕਸ ਦੀ ਐਮਐਨਐਸਟੀ ਸਕੀਮ ਦੇ ਦਿਓ ਸਾਨੂੰ ਤੇ 1 ਟਾਈਮ ਸੈਟਲਮੈਂਟ ਦੇ ਦਿਓ ਸਾਨੂੰ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਰਣਬੀਰ ਸਿੰਘ ਰਾਣਾ। ਪੰਜਾਬ ਦੇ ਵਿੱਚ ਨਿੱਜੀ ਬੱਸ ਆਪਰੇਟਰ ਆਪਣੇ ਨਾਂ ਦੇ ਨਾਲ ਮਾਫੀਆ ਲੱਗਣ ਤੋਂ ਪਰੇਸ਼ਾਨ ਨੇ ਤੇ ਮੀਡੀਆ ਦੇ ਸਾਹਮਣੇ ਆਏ ਨੇ, ਤੇ ਇਸ ਵੇਲੇ ਸਾਡੇ ਨਾਲ ਪ੍ਰਾਈਵੇਟ ਬੱਸ ਆਪਰੇਟਰ ਜਥੇਬੰਦੀ ਦੇ ਆਗੂ ਸ਼ੁਭਕਰਮਨ ਬਰਾੜ ਨੇ। ਬਰਾੜ ਸਾਹਿਬ, ਪਹਿਲਾਂ ਤਾਂ ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ, ਧੰਨਵਾਦ ਤੁਹਾਡਾ, ਤੁਸੀਂ ਟਾਈਮ ਕੱਢ ਕੇ ਆਏ ਤੇ ਸਾਡਾ ਦੁੱਖ ਤਕਲੀਫ ਸੁਣਨ ਆਏ ਹੋ। ਜਿਸ ਢੰਗ ਦੇ ਨਾਲ ਤੁਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ, ਇੱਕ ਇਤਰਾਜ਼ ਤੁਸੀਂ ਜਤਾਇਆ ਹੈ ਕਿ ਸਾਡੇ ਨਾਂ ਦੇ ਨਾਲ ਟਰਾਂਸਪੋਰਟਰ ਤਾਂ ਲੱਗਦਾ ਸੀਗਾ, ਗੀਤ ਵੀ ਬਹੁਤ ਬਣੇ, ਟਰਾਂਸਪੋਰਟਰਾਂ ਦੇ ਨਾਲ ਹੁਣ ਮਾਫੀਆ ਸ਼ਬਦ ਆ ਗਿਆ, ਕਿਉਂ ਆ ਗਿਆ, ਕੀ ਇਤਰਾਜ਼ ਆ ਤੁਹਾਨੂੰ? ਦੇਖੋ ਜੀ, ਜਿਹੜੇ ਪਿਛਲੇ ਟਰਾਂਸਪੋਰਟ ਮਿਨਿਸਟਰ ਸੀਗੇ ਜੀ ਰਾਜਾ ਵੜਿੰਗ ਜੀ, ਕਾਂਗਰਸ ਦੇ ਜੀ, ਉਹਨਾਂ ਦੇ ਜੀ ਕੁਝ ਪੋਲੀਟੀਕਲ ਮੋਟਿਵ ਸੀਗਾ ਜੀ ਉਹਨਾਂ ਨੇ, ਕਿਉਂਕਿ ਜਿੱਥੋਂ ਇਲੈਕਸ਼ਨ ਲੜਦੇ ਆ ਗਿੱਦੜਬਾਏ ਤੋਂ ਜੀ, ਉੱਥੋਂ ਉਹਨਾਂ ਦੇ ਅਗੇਂਸਟ ਇਲੈਕਸ਼ਨ ਲੜਦੇ ਜੀ ਅਕਾਲੀ ਦਲ ਦੇ ਡਿੰਪੀ ਢਿੱਲੋਂ। ਉਹਨਾਂ ਦੀ ਵੀ ਇੱਕ ਟਰਾਂਸਪੋਰਟ ਕੰਪਨੀ ਹੈ ਜੀ, ਨਿਊ ਦੀਪ ਬੱਸ ਸਰਵਿਸ ਜੀ। ਉਹਨਾਂ ਨੇ ਉਹਨਾਂ ਨੂੰ ਫਾਈਨੈਂਸ਼ੀਅਲ ਨੁਕਸਾਨ ਕਰਨ ਦੀ ਖਾਤਰ ਜੀ, ਉਹਨਾਂ ਨੂੰ ਬਦਨਾਮ ਕਰਨ ਦੀ ਖਾਤਰ ਜੀ, ਉਹਨਾਂ ਨੇ ਆ ਸਾਰਾ ਕੁਝ ਕੀਤਾ ਜੀ। ਉਹਦੇ ਨਾਲ ਹੋਇਆ ਕੀ ਜੀ, ਉਹ ਤਾਂ ਜਿਹੜਾ ਕੋਈ ਹੋਣਾ ਸੀ, ਸਾਡੇ ਨਾਮ ਦੇ ਨਾਲ ਵੀ ਮਾਫੀਆ ਲੱਗ ਗਿਆ। ਅਸੀਂ ਵੀ ਰਗੜੇ ਗਏ ਜੀ। ਮੇਰੀ ਕੰਪਨੀ ਜੀ 1937 ਦੇ ਵਿੱਚ ਰਜਿਸਟਰ ਹੋਈ ਆ ਜੀ। ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿਆਂ, ਮੇਰੀਆਂ ਬੱਸਿਸ ਕੰਪਨੀ ਦੀਆਂ ਜੀ ਲਾਹੌਰ ਜਾਂਦੀਆਂ ਹੁੰਦੀਆਂ ਸੀ, ਮੋਗੇ ਤੋਂ, ਫਿਰੋਜ਼ਪੁਰ ਤੋਂ। ਅਸੀਂ ਇੰਨੇ ਪੁਰਾਣੇ ਆਪਰੇਟਰ ਹਾਂ ਜੀ, ਮੇਰੀ 4ਥੀ ਜਨਰੇਸ਼ਨ ਹੈ ਜੀ ਅਸੀਂ ਇਸ ਕੰਮ ਦੇ ਵਿੱਚ ਜੀ। ਸਾਨੂੰ ਇੰਨਾ ਕਿ ਇਸ ਚੀਜ਼ ਨੇ ਮਾਫੀਏ ਨੇ ਔਖਾ ਕਰਤਾ ਕਿ ਸਾਨੂੰ ਸਪੇਅਰ ਪਾਰਟ ਵਾਲਾ, ਟਾਇਰ ਵਾਲਾ 1 ਰੁਪਏ ਦਾ ਆਧਾਰ ਦੇਣ ਤੋਂ ਵੀ ਭੱਜ ਗਿਆ ਵੀ ਤੁਸੀਂ ਤਾਂ ਮਾਫੀਓ, ਤੁਹਾਡਾ ਕੀ ਆ, ਕੱਲ ਨੂੰ ਸਾਡੇ ਪੈਸੇ ਦਿਓ। ਮਾਫੀਆ ਇੱਕ ਲੁਟੇਰੇ ਹੀ ਹੋ ਜਾਂਦਾ, ਤੁਹਾਨੂੰ ਲੁਟੇਰੇ ਬਣਾਤਾ। ਸਾਨੂੰ ਲੁਟੇਰੇ ਬਣਾਤਾ ਜੀ। ਅਸੀਂ ਸਰਕਾਰ ਦੇ ਕਮਾਊ ਪੁੱਤ ਆ ਜੀ, ਸਰਕਾਰ ਨੂੰ ਟੈਕਸ ਦਿੰਨੇ ਆ ਜੀ। ਅੱਛਾ, ਇੱਕ ਜਿਹੜਾ ਇਲਜ਼ਾਮ ਲੱਗੇ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਦੇ ਵਿੱਚ ਜਿਹੜੇ ਕੁਝ ਲੋਕ ਸੀਗੇ ਜਾਂ ਪੋਲੀਟੀਸ਼ੀਅਨ ਸੀਗੇ, ਉਹਨਾਂ ਨੇ ਕਿਹਾ ਕਿ ਕੁਝ ਕੁ ਘਰਾਣੇ ਨੇ ਜਾਂ ਇੱਕ ਦੋ ਘਰਾਣੇ ਨੇ ਉਹਨਾਂ ਦੀਆਂ ਹੀ ਬੱਸਾਂ ਨੇ। ਇਹ 'ਚ ਕਿੰਨੀ ਸੱਚਾਈ ਹੈਗੀ? ਦੇਖੋ ਜੀ, ਜਿਹੜੇ ਪਿਛਲੇ ਟਰਾਂਸਪੋਰਟ ਮਿਨਿਸਟਰ ਸੀਗੇ ਜੀ ਰਾਜਾ ਵੜਿੰਗ ਜੀ, ਉਹਨਾਂ ਦੇ ਜੀ ਕੁਝ ਪੋਲੀਟੀਕਲ ਮੋਟਿਵ ਸੀਗਾ ਜੀ ਉਹਨਾਂ ਦਾ। ਉਹਨਾਂ ਨੇ
ਉਹਨਾਂ ਦੀਆਂ ਹੀ ਬੱਸਾਂ ਨੇ। ਇਹ 'ਚ ਕਿੰਨੀ ਸੱਚਾਈ ਹੈਗੀ ਹੈ ਕਿ ਬੱਸਾਂ ਸਿਰਫ ਕੀ ਉਸ ਪਰਿਵਾਰ ਦੀਆਂ ਹੀ ਨੇ ਜਾਂ ਹੋਰ ਵੀ ਜਿਹੜੇ ਤੁਹਾਡੇ ਵਰਗੇ ਟਰਾਂਸਪੋਰਟਰ ਨੇ ਉਹਨਾਂ ਦੀਆਂ ਵੀ ਨੇ? ਦੇਖੋ ਜੀ, ਇੱਕ ਬੱਸਸ ਸਾਡੇ, ਜੇ ਆਪਾਂ ਗੱਲ ਕਰੀਏ ਜਿਹੜੀ ਗੱਲ ਕਰਕੇ ਹਟੇ, ਬਾਦਲਸ ਕੋਲੇ ਤਾਂ ਕੱਲੀਆਂ 329 ਬੱਸਸ ਨੇ ਜੀ। ਟੋਟਲ 2200 ਬੱਸਸ ਪ੍ਰਾਈਵੇਟ ਆਪਰੇਟਰਸ ਕੋਲੇ ਹੈਗੀਆਂ ਜੀ। ਬਾਕੀ ਦੀਆਂ ਜਿਹੜੀਆਂ ਬੱਸਸ ਨੇ ਉਹ ਤਾਂ ਦੂਜਿਆਂ ਕੋਲੇ ਹੀ ਆ ਜੀ, ਸਾਡੇ ਵਰਗਿਆਂ ਕੋਲੇ ਹੀ ਆ ਜੀ, ਜਿੰਨੇ ਅਸੀਂ ਹੈਗੇ। ਸਿੱਧੂ ਸਾਹਿਬ ਕਹਿੰਦੇ 6000 ਬੱਸਾਂ ਬਣਾ ਲਈਆਂ ਬਾਦਲਾਂ ਨੇ, ਜੋ ਉਹਨਾਂ ਦੀ ਸਟੇਟਮੈਂਟਸ ਹੈਗੇ ਨੇ। ਹੋਰ ਬਹੁਤ ਪੋਲੀਟੀਸ਼ੀਅਨ ਕਹਿੰਦੇ ਨੇ। ਬਾਈ ਜੀ, ਸਿੱਧੂ ਸਾਹਿਬ ਸੁਣੀ ਸੁਣਾਈ ਗੱਲ ਕਰੀ ਗਏ ਜੀ, ਫੈਕਟ ਤੇ ਆਏ ਨਹੀਂ। ਅਸੀਂ ਤੁਹਾਨੂੰ ਜੋ ਕੁਝ ਦਿੱਤਾ ਜੀ ਫੈਕਟ ਆ। ਤੁਸੀਂ ਕਿੰਨੀਆਂ ਨਿੱਜੀ ਬੱਸਾਂ ਨੇ ਪੰਜਾਬ ਦੇ ਵਿੱਚ? ਟੋਟਲ 2200 ਬੱਸਸ ਨੇ ਜੀ ਪ੍ਰਾਈਵੇਟ। 2200 ਬੱਸਾਂ ਪ੍ਰਾਈਵੇਟ ਨੇ, ਜਿਹਦੇ ਵਿੱਚੋਂ ਬਾਦਲ ਪਰਿਵਾਰ ਦੀਆਂ 329 ਬੱਸਾਂ। ਬਾਕੀ ਬੱਸਾਂ ਕਿਹਦੀਆਂ ਨੇ? ਬਾਕੀ ਜੀ ਸਾਡੇ ਵਰਗੇ ਆਪਰੇਟਰ ਜੀ। ਅੱਛਾ, ਕਿਸੇ ਕੋਲ 1, ਕਿਸੇ ਕੋਲ 2, ਕਿਸੇ ਕੋਲ 20, ਕਿਸੇ ਕੋਲ 30। ਹਾਂ ਬਾਕੀ ਹਾਂਜੀ ਨਾਰਮਲ ਪ੍ਰਾਈਵੇਟ ਆਪਰੇਟਰਸ ਨੇ ਜੀ। ਹੁਣ ਦਿੱਕਤ ਕਿੱਥੇ ਆ ਰਹੀ ਹੈ? ਟੈਕਸ ਜਿਹੜਾ ਏ ਉਹਦੀ ਕੀ ਪ੍ਰੋਬਲਮ ਆ ਰਹੀ ਹੈ? ਚੱਕਰ ਕੀ? ਪ੍ਰੋਬਲਮ ਸਰ ਇਹ ਆ ਗਈ ਜੀ ਕਿ ਜਦੋਂ 2020 ਚ ਕਰੋਨਾ ਪੈਂਡੇਮਿਕ ਆਇਆ ਜੀ, ਉਦੋਂ ਜੀ ਸਾਡਾ ਆਪਰੇਸ਼ਨ ਬੰਦ ਕਰਵਾਤਾ ਵੀ ਬੰਦ ਕਰ ਦਿਓ। ਲੋਕਡਾਊਨ ਲੱਗ ਗਿਆ, ਪਹਿਲਾਂ ਕਰਫਿਊ ਲੱਗ ਗਿਆ, ਲੋਕਡਾਊਨ ਲੱਗਿਆ, ਬੱਸਾਂ ਬੰਦ ਹੋ ਗਈ, ਬੱਸਾਂ ਬੰਦ ਹੋ ਗਈਆਂ ਜੀ। ਅਸੀਂ ਚੁੱਪ ਕਰਕੇ ਬੈਠੇ ਰਹੇ ਜੀ। ਤਕਰੀਬਨ 1 ਸਾਲ ਸਾਡੀਆਂ ਬੱਸਾਂ ਨਹੀਂ ਚੱਲੀਆਂ ਜੀ। ਫਿਰ ਸਰਕਾਰ ਨੇ ਜੀ ਰੋਡਵੇਜ਼ PRTC ਨੂੰ ਚਲਵਾਤਾ ਜੀ 50% ਆਕੂਪੈਂਸੀ ਤੇ। ਉਹ ਫਿਰ ਵੀ ਸਾਨੂੰ ਨਹੀਂ ਚੱਲਣ ਦਿੱਤਾ ਗਿਆ। ਉਸ ਤੋਂ 2-3 ਮਹੀਨਿਆਂ ਬਾਅਦ ਸਾਨੂੰ ਚੱਲਣ ਦਾ ਮੌਕਾ ਮਿਲਿਆ ਜੀ। ਅਸੀਂ ਚਲਾਈਆਂ, ਅਸੀਂ ਸਰਕਾਰ ਨੂੰ ਜੋ ਚਲਾਈਆਂ ਸੀ ਕਿਹਾ ਜੀ 50% ਆਕੂਪੈਂਸੀ ਤੇ ਅਸੀਂ ਨਹੀਂ ਚਲਾ ਸਕਦੇ। ਗਵਰਨਮੈਂਟ ਉਦੋਂ ਜਿਹੜੇ ਫਾਈਨੈਂਸ ਮਿਨਿਸਟਰ ਸੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ, ਉਹ ਮਿਲੇ। ਉਹਨਾਂ ਨੇ ਸਾਨੂੰ ਕਿਹਾ ਵੀ ਦੇਖੋ ਤੁਸੀਂ ਬੱਸਿਸ ਚਲਾਓ। ਮੈਂ ਫਾਈਨੈਂਸ ਮਿਨਿਸਟਰ ਹਾਂ, ਐਜ਼ ਅ ਫਾਈਨੈਂਸ ਮਿਨਿਸਟਰ ਮੈਂ ਤੁਹਾਨੂੰ ਅਸ਼ੋਰੈਂਸ ਦਿੰਦਾ ਕਿ ਮੈਂ ਤੁਹਾਡਾ ਟੈਕਸ ਐਗਜ਼ੈਂਪਟ ਕਰੂੰਗਾ, ਛੱਡ ਦੂੰਗਾ। ਤੁਸੀਂ ਬੱਸਿਸ ਚਲਾਓ। ਇਹਦੇ ਨਾਲ ਇੱਕ ਤਾਂ ਲੋਕਾਂ 'ਚ ਕੌਨਫੀਡੈਂਸ ਆਊਗਾ ਵੀ ਇਹ ਬਿਮਾਰੀ ਤੋਂ ਉੱਭਰਨ ਦਾ। ਦੂਜੀ ਗੱਲ ਕਹਿੰਦੇ ਵੀ ਹੌਲੀ ਹੌਲੀ ਸਿਸਟਮ ਦੁਬਾਰਾ ਟਰੈਕ ਤੇ ਆਊਗਾ। ਟੈਕਸ ਛੱਡਿਆ ਤੁਹਾਡਾ? ਤੀਸਰੀ ਗੱਲ ਉਹ ਕਹਿੰਦੇ ਜੀ ਵੀ ਤੁਸੀਂ ਚਲਾਓਗੇ ਡੀਜ਼ਲ ਤੋਂ, ਸਪੇਅਰ ਪਾਰਟ ਤੋਂ, ਟਾਇਰਸ ਤੋਂ, ਸਾਨੂੰ ਸਰਕਾਰ ਨੂੰ GST ਆਊਗਾ। ਐਸੀ ਕਿਹਾ ਜੀ 7 ਵਚਨ। ਅਸੀਂ ਉਹਨਾਂ ਦੇ ਕਹੇ ਤੇ ਫੁੱਲ ਚੜਾਏ, ਅਸੀਂ ਬੱਸਿਸ ਚਲਾ ਲਈਆਂ ਜੀ। ਉਦੋਂ 50% ਆਕੂਪੈਂਸੀ ਸੀਗੀ ਜੀ, ਰਿਸਟ੍ਰਿਕਸ਼ਨ ਆਫ ਟਾਈਮਿੰਗ ਸੀ 7 ਵਜੇ ਤੋਂ ਸ਼ਾਮ ਨੂੰ 5 ਵਜੇ ਤੱਕ ਜੀ। ਅਸੀਂ ਜਿਵੇਂ ਕਰਕੇ ਅਸੀਂ ਚਲਾ ਲਿਆ ਜੀ। ਜਦੋਂ ਟੈਕਸ ਮਾਫੀ ਦੀ ਵਾਰੀ ਆਈ, ਉਹ ਸਾਨੂੰ ਕਹੀ ਗਏ ਵੀ ਮੈਂ ਕਰਦਾ ਇੰਨੇ ਨੂੰ ਗਵਰਨਮੈਂਟ ਬਦਲ ਗਈ ਜੀ, CM ਸਾਹਿਬ ਬਦਲ ਗਏ, ਸਾਰਾ ਸਿਸਟਮ ਨਵਾਂ ਢਾਂਚਾ ਆ ਗਿਆ ਜੀ। ਸਾਡਾ ਕੰਮ ਉੱਥੇ ਹੀ ਰਹਿ ਗਿਆ ਜੀ। ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ। ਥੋੜਾ ਜਿਹਾ ਉਹਨਾਂ ਨੇ ਕੀਤਾ ਜੀ ਟੈਕਸ ਜੀ ਮਾਫ ਸਾਡਾ ਜੀ, ਉਹ ਇਟ ਵਾਸ ਕੁਝ ਵੀ ਨਹੀਂ ਸੀਗਾ ਜੀ। ਹੁਣ ਕਿਹਾ ਜਾਂਦਾ ਹੈ ਕਿ ਟੈਕਸ ਨਾ ਭਰਨ ਕਰਕੇ ਬਹੁਤ ਸਾਰੇ ਜਿਹੜੇ ਟਰਾਂਸਪੋਰਟਰ ਨੇ ਉਹ ਡਿਫਾਲਟਰ ਹੋ ਗਏ ਤੇ ਉਹਨਾਂ ਦੇ ਬੱਸਾਂ ਚੱਲਣ ਨਹੀਂ ਦੇਣੀਆਂ। ਹਾਂਜੀ, ਹੁਣ ਇਹ ਕਹਿ ਰਹੇ ਆ ਜੀ। ਅਸੀਂ ਉਹਦੇ ਜਿੱਦੇ ਮਿਨਿਸਟਰ ਸਾਹਿਬ ਨੂੰ ਮਿਲੇ ਆ ਜੀ, ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਵੀ ਸਰ ਤੁਸੀਂ ਸਾਨੂੰ ਐਮਨੈਸਟੀ ਸਕੀਮ ਦਿਓ, ਵਨ ਟਾਈਮ ਸੈਟਲਮੈਂਟ ਦੀ ਸਕੀਮ ਵੀ ਦਿਓ, ਵੀ ਸਾਡੇ ਤੇ ਤੁਸੀਂ ਸਰਕਾਰ ਨਰਮੀ ਰੱਖੇ। ਕਰੋਨਾ ਕਾਲ ਦਾ ਹੀ ਜਿਹੜਾ ਇਹ ਟੈਕਸ ਫ੍ਰੀ ਹੋਵੇ ਜਾਂ ਅੱਗੇ ਵੀ ਉਹ ਟੈਕਸ ਦੀ ਐਮਨੈਸਟੀ ਸਕੀਮ ਦੇ ਦਿਓ ਸਾਨੂੰ, ਤੇ ਵਨ ਟਾਈਮ ਸੈਟਲਮੈਂਟ ਦੇ ਦਿਓ ਸਾਨੂੰ, ਵੀ ਅਸੀਂ ਕਿਸ਼ਤਾਂ 'ਚ ਪੈਸੇ ਭਰ ਦਈਏ ਜੀ, ਵੀ ਸਾਨੂੰ ਚੱਲਦਾ ਰਹਿਣ ਦਿਓ। ਵੀ ਤੁਹਾਡੇ ਨਾਲ ਹੋਰ ਵੀ ਪਰਿਵਾਰ ਲੋਕ ਜਿਹੜੀ ਟਰਾਂਸਪੋਰਟਰਾਂ ਦੇ ਨਾਲ ਜੁੜੇ ਹੋਏ ਨੇ? ਬਹੁਤ ਜੁੜੇ ਆ ਜੀ। ਇੱਕ ਬੱਸ ਮਗਰ ਜੀ ਦੇਖੋ, ਜੇ ਇਕੱਲੀ ਬੱਸ ਦੀ ਗੱਲ ਕਰਾਂ, 5 ਜਾਣੇ ਇੱਕ ਬੱਸ ਮਗਰ ਹੁੰਦੇ ਆ ਜੀ। 5 ਦੇ ਉਹਨਾਂ ਦੇ ਪਰਿਵਾਰ ਆ ਜੀ। ਸਾਡਾ ਤਾਂ ਆਪਦਾ ਪਰਿਵਾਰ ਜਿਹੜਾ ਹੈਗਾ ਹੀ ਆ ਜੀ। ਉਸ ਤੋਂ ਬਾਅਦ ਟਾਇਰਸ ਵਾਲੇ ਸਾਡੇ ਨਾਲ ਜੁੜੇ ਆ ਜੀ, ਸਪੇਅਰ ਪਾਰਟ ਵਾਲੇ ਸਾਡੇ ਨਾਲ ਜੁੜੇ ਆ ਜੀ, ਬੈਂਕਸ ਸਾਡੇ ਨਾਲ ਜੁੜੇ ਆ। ਦੇਖੋ ਜਿਨ੍ਹਾਂ ਤੋਂ ਅਸੀਂ ਲੋਨ ਲੈ ਕੇ ਬੱਸਸ ਪਾਉਂਦੇ ਆ, ਸਾਰਾ ਕੁਝ ਹੈਗਾ ਜੀ। ਫਿਰ ਸਟੇਸ਼ਨਰੀ ਵਾਲੇ ਨੇ ਜੀ, ਜਿਨ੍ਹਾਂ ਤੋਂ ਅਸੀਂ ਸਾਡੀਆਂ ਟਿਕਟਸ ਪ੍ਰਿੰਟ ਹੋ ਕੇ ਆਉਂਦੀਆਂ। ਇਲਜ਼ਾਮ ਬਹੁਤ ਵੱਡੇ ਨੇ, ਕਹਿੰਦੇ ਧੱਕੇਸ਼ਾਹੀ ਤੁਸੀਂ ਬਹੁਤ ਕਰਦੇ ਹੋ, ਸਰਕਾਰੀ ਬੱਸਾਂ ਨੂੰ ਤੁਸੀਂ ਨਹੀਂ ਚੱਲਣ ਦਿੰਦੇ, ਟਾਈਮ ਸਮਾਂ ਸਾਰਣੀ ਦੇ ਵਿੱਚ ਤੁਸੀਂ ਵੱਧ ਲੈਂਦੇ ਹੋ ਤੇ ਧੱਕੇ ਨਾਲ ਸਵਾਰੀਆਂ ਚੜਾ ਕੇ ਲੈ ਜਾਂਦੇ ਹੋ। ਜੀ ਇਹ ਸਰਾਸਰ ਗਲਤ ਆ। ਇਹ ਰੋਡਵੇਜ਼ ਤੇ PRTC ਨੇ ਇੱਕ ਇਹ ਏਜੰਡਾ ਹਿਡਨ ਮੋਟਿਵ ਚਲਾਇਆ ਹੋਇਆ। ਉਹਨਾਂ ਦੇ ਜਿਹੜੀਆਂ ਆਪਦੀਆਂ ਨਾਕਾਮੀਆਂ ਨੇ ਰੋਡਵੇਜ਼ PRTC ਦੀਆਂ, ਉਹਨੂੰ ਲੁਕਾਉਣ ਦੀ ਖਾਤਰ ਉਹਨਾਂ ਨੇ ਇਹ ਏਜੰਡਾ ਚਲਾਇਆ ਵੀ ਜੀ ਪ੍ਰਾਈਵੇਟ ਵਾਲੇ ਧੱਕਾ ਕਰਦੇ ਆ। ਮੈਂ ਤੁਹਾਨੂੰ ਔਨ ਰਿਕਾਰਡ ਕਹਿ ਰਿਹਾ ਜੀ, ਵਿਦ ਪ੍ਰੂਫ ਤੁਹਾਨੂੰ ਦੱਸਦਾ। ਟਾਈਮ ਟੇਬਲ ਤੁਹਾਨੂੰ ਦੇ ਦਿੰਦੇ ਆ, ਹੁਣੇ ਦਿੰਦਾ ਤੁਹਾਨੂੰ ਜੀ, ਜਿਹਦੇ ਵਿੱਚ ਸਾਡੇ ਕੋਲੇ 5-5 ਮਿੰਟ ਆ, ਰੋਡਵੇ ਕੋਲ 13-13 ਮਿੰਟ ਆ, ਫਿਰ ਵੀ ਅਸੀਂ ਮਾਫੀ ਆ ਜੀ। ਜ਼ਿਆਦਾ ਟਾਈਮ ਹੈ ਉਹਨਾਂ ਕੋਲ? ਜ਼ਿਆਦਾ ਟਾਈਮ ਹੈ ਜੀ ਉਹਨਾਂ ਕੋਲੇ। ਉਹ ਕਾਊਂਟਰ ਤੇ ਇੱਕ ਬੱਸ 13 ਮਿੰਟ ਲਾਉਂਦੀ ਹੈ ਜੀ, ਉਹਦੇ ਵਿੱਚ ਸਾਡੀ ਬੱਸ 5 ਮਿੰਟ ਲਾਉਂਦੀ ਹੈ ਜੀ। ਇਹ ਵੀ ਕਿਹਾ ਗਿਆ ਕਿ ਜਦੋਂ ਤੋਂ ਟਰਾਂਸਪੋਰਟ ਮੰਤਰੀ ਬਣੇ ਰਾਜਾ ਵੜਿੰਗ, ਹੁਣ ਲਾਲਜੀਤ ਸਿੰਘ ਭੁੱਲਰ, ਕਹਿੰਦੇ ਹੁਣ ਰੋਡਵੇਜ਼ ਵਾਲਿਆਂ ਦੀ ਕਮਾਈ ਵੱਧ ਗਈ, ਪਹਿਲਾਂ ਘੱਟ ਸੀਗੀ। ਬਾਈ ਜੀ ਕਮਾਈ ਤਾਂ ਵਧ ਹੀ ਜਾਣੀ ਹੈ ਜੀ। ਲੇਡੀਜ਼ ਫ੍ਰੀ ਕਰਤੀਆਂ ਜੀ। ਲੇਡੀਜ਼ ਦਾ ਕੀ ਹੈ ਜੀ, ਜਦੋਂ ਤੁਸੀਂ ਟਰੈਵਲ ਕਰਨਾ ਲੇਡੀ ਤੋਂ ਉਹਦਾ ਆਧਾਰ ਕਾਰਡ ਮੰਗਦੇ ਆ ਜੀ, ਉਹਦਾ ਅਖੀਰਲੇ 4 ਡਿਜਿਟ ਕਿ 6 ਡਿਜਿਟ ਆ ਉਹ ਐਡ ਉਹ 'ਚ ਭਰਦੇ ਆ ਜੀ ਮਸ਼ੀਨ 'ਚ, ਉਹਦੀ ਟਿਕਟ ਕੱਟਦੇ ਆ। ਹੁਣ ਸਰ ਮੈਂ ਤੁਹਾਨੂੰ ਦੱਸਦਾ ਜੀ, ਰਿਕਾਰਡ ਤੇ ਕਹਿ ਰਿਹਾ ਗੱਲ, ਜਿਹੜੀ ਬੱਸ ਲੇਡੀ ਚੜ੍ਹ ਗਈ ਜੀ, ਮੰਨ ਲਓ ਪਟਿਆਲਿਓਂ ਚੜ੍ਹ ਗਈ, ਉਹਨੇ ਸਰਹੰਦ ਜਾਣਾ ਜੀ, ਬੱਸ ਚੱਲੀ ਅੰਮ੍ਰਿਤਸਰ ਜੀ PRTC ਦੀ ਜੀ, ਉਹਦੀ ਟਿਕਟ ਕੱਟੀ ਜਾਂਦੀ ਹੈ ਜਲੰਧਰ ਅੰਮ੍ਰਿਤਸਰ ਦੀ ਜੀ। ਲੇਡੀ ਤਾਂ ਉਤਰ ਗਈ ਥੱਲੇ ਜੀ, ਸਰਹੰਦ ਉਤਰ ਗਈ, ਠੀਕ ਹੈ ਜੀ, ਕਾਗਜ਼ਾਂ 'ਚੋਂ ਟਰੈਵਲ ਕਰ ਰਹੀ ਹੈ ਅੰਮ੍ਰਿਤਸਰ ਤੱਕ ਜੀ। ਲੋਕਾਂ ਦੇ ਜ਼ਿਹਨ 'ਚ ਤਾਂ ਇਹ ਆ, ਕਹਿੰਦੇ ਕਿ ਉਹਦੇ ਨਾਲ ਘਾਟੇ 'ਚ ਚਲੇ ਜਾਣਾ ਰੋਡਵੇਜ਼ ਨੇ, ਕਿ ਉਹ ਤਾਂ ਮੁਫਤ ਜਾ ਰਹੀ ਹੈ, ਇਹ ਲੇਡੀਜ਼ ਤਾਂ ਮੁਫਤ ਜਾ ਰਹੀ ਹੈ। ਸਰ ਉਹਦੇ 'ਚ ਕੀ ਹੈ ਜੀ, ਜਿਹੜੀ 52 ਸੀਟਰ ਬੱਸ ਹੈ ਜੀ,
ਉਹ 'ਚ 52 ਸਵਾਰੀਆਂ ਬਹਿ ਸਕਦੀਆਂ ਜੀ। ਤੁਸੀਂ ਚੈੱਕ ਕਰਵਾ ਲਓ ਕਿਸੇ ਜੀਐਮ ਤੋਂ ਜਾ ਕੇ ਇਨਫੋਰਮੇਸ਼ਨ ਲੈ ਲਓ, ਆਰਟੀ ਐਕਟ 'ਚ ਲੈ ਲਓ ਵੀ ਕੀ ਐਵਰੇਜ ਆ ਰਹੀ ਆ 70 70 80 80 ਸਵਾਰੀਆਂ ਦੀ। ਕੌਣ ਭਰਦਾ ਫਿਰ ਜਿਹੜੀ ਲੇਡੀ ਗਵਰਨਮੈਂਟ ਦੇ ਰਹੀ ਹੈ ਜੀ, ਗਵਰਨਮੈਂਟ ਦਿੰਦੀ ਹੈ ਪੈਸੇ ਜੀ। ਇਹਨਾਂ ਨੇ ਬਕਾਇਦਾ ਪਹਿਲਾਂ ਕਾਂਗਰਸ ਨੇ ਜੀ, ਹੁਣ ਇਹਨਾਂ ਨੇ ਉਹਦਾ ਫੰਡ ਰੱਖਿਆ ਜੀ, ਗਵਰਨਮੈਂਟ ਪੇ ਕਰਦੀ ਹੈ ਜੀ। ਜਿਹੜੀ ਸਵਾਰੀ ਔਰਤ ਲੇਡੀ ਸਵਾਰੀ ਸਰਕਾਰੀ ਬੱਸ ਵਿੱਚ ਸਫ਼ਰ ਕਰਦੀ ਹੈ ਉਹਦੀ ਟਿਕਟ ਨਹੀਂ ਕੱਟ ਹੁੰਦੀ, ਪਰ ਉਹਦੀ ਟਿਕਟ ਦੇ ਜਿਹੜੇ ਪੈਸੇ ਨੇ ਉਹ ਸਰਕਾਰ ਅਦਾ ਕਰਦੀ ਸਰਕਾਰ ਅਦਾ ਕਰਦੀ ਹੈ ਜੀ। ਉਹ ਫ੍ਰੀ 'ਚ ਜਾਂਦੀਆਂ ਨੇ ਜੀ, ਲੇਡੀਜ਼ ਫ੍ਰੀ 'ਚ ਜਾਂਦੀਆਂ ਨੇ ਜੀ। ਉਹਦਾ ਉਹ ਬਕਾਇਦਾ ਡਿਟੇਲ ਬਣਦੀ ਹੈ ਸਾਰੀ ਜੀ। ਤੁਸੀਂ ਕਹਿੰਦੇ ਹੋ ਕਿ ਚੜ੍ਹਦੀ ਜੇ ਲੁਧਿਆਣਿਓਂ ਜਗਰਾਉਂ ਹੈ ਤਾਂ ਲੁਧਿਆਣਿਓਂ ਫਿਰੋਜ਼ਪੁਰ ਦਾ ਪਾ ਦਿੱਤਾ ਜਾਂਦਾ। ਹਾਂਜੀ ਪਾਤਾ ਜਾਂਦਾ ਜੀ। 70 70 80 80 ਸਵਾਰੀਆਂ ਬੱਸ 'ਚ ਜਾਂਦੀਆਂ ਜੀ। ਤੁਸੀਂ ਤਿਆਰ ਹੋ ਜੇਕਰ ਔਰਤਾਂ ਨੂੰ ਪ੍ਰਾਈਵੇਟ ਬੱਸਾਂ ਦੇ ਵਿੱਚ ਵੀ ਮੁਫਤ ਸਫ਼ਰ ਮਿਲੇ? ਬਾਈ ਜੀ ਅਸੀਂ ਜਮਾਂ ਤਿਆਰ ਹਾਂ ਜੀ। ਅਸੀਂ ਤਾਂ ਬੇਨਤੀ ਕਰੀ ਜਾਂਦੇ, ਤੁਹਾਡੇ ਰਾਹੀਂ ਬੇਨਤੀ ਕਰੀ ਜਾਂਦੇ, ਉੱਦੇ ਵੀ ਬੇਨਤੀ ਕਰਕੇ ਆਏ ਮੰਤਰੀ ਸਾਹਿਬ ਨੂੰ ਵੀ ਸਾਡੇ ਤੇ ਵੀ ਫੈਸਲਾ ਲਾਗੂ ਕਰ ਦਿਓ। ਸਾਨੂੰ ਕਿਉਂ ਮਾਰਨ ਵਾਲੇ ਪਾਸੇ ਹੋਏ ਹੋ? ਜਿਵੇਂ ਤੁਸੀਂ ਰੋਡਵੇ ਪੀਆਰਟੀਸੀ ਨੂੰ ਕੰਪਨਸੇਟ ਕਰਦੇ ਹੋ, ਸਾਨੂੰ ਕਰ ਦਿਓ। ਤੁਸੀਂ ਵੀ ਲਿਜਾਣ ਨੂੰ ਤਿਆਰ ਹੋ? ਤੁਸੀਂ ਕਹਿੰਦੇ ਹੋ ਵੀ ਸਰਕਾਰ ਅਦਾ ਕਰ ਦੇਵੇ ਉਹ ਪੈਸੇ? ਹਾਂਜੀ, ਸਾਡੇ ਟੈਕਸ ਐਡਜਸਟ ਕਰ ਦੇਵੇ ਜੀ, ਮੰਥਲੀ ਟੈਕਸ ਐਡਜਸਟ ਕਰ ਦੇਵੇ, ਸਾਨੂੰ ਉਹ ਪੈਸੇ ਦੇ ਦੇਵੇ। ਵੀ ਆਰ ਰੈਡੀ ਜੀ, ਅਸੀਂ ਕਿਹੜਾ ਭਜਦੇ ਹਾਂ ਜੀ ਕਿਸੇ ਗੱਲ। ਹੁਣ ਚਰਚਾ ਇਹ ਆਈ ਹੈ, ਕਹਿੰਦੇ ਕਿ ਜਿਨ੍ਹਾਂ ਦਾ ਟੈਕਸ ਨਹੀਂ ਭਰਿਆ ਉਹਨਾਂ ਦੀ ਬੱਸਾਂ ਪਾਉਣੀਆਂ ਨਹੀਂ ਹੈਗੀਆਂ ਸਮਾਂ ਸਾਰਣੀ 'ਚ, ਉਹ ਚੱਲ ਨਹੀਂ ਸਕਦੀਆਂ। ਹਾਂਜੀ ਬਿਲਕੁਲ ਜੀ। ਉਹ ਕਹਿੰਦੇ ਜੀ ਅਸੀਂ ਮੋਟਰ ਵਹੀਕਲ ਐਕਟ ਦੇ ਦਾ ਟਾਈਮ ਟੇਬਲ ਬਣਦਾ ਜੀ। ਮੋਟਰ ਵਹੀਕਲ ਐਕਟ ਦੇ ਵਿੱਚ ਕਿਤੇ ਵੀ ਨਹੀਂ ਇਹ ਗੱਲ ਲਿਖੀ ਹੋਈ ਮੈਂਸ਼ਨ ਜੀ ਕਿ ਜੇ ਤੁਹਾਡੇ ਕੋਲ ਟੈਕਸ ਕਲੀਅਰੈਂਸ ਹੈ ਨਹੀਂਗਾ ਤੇ ਅਸੀਂ ਟਾਈਮ ਟੇਬਲ ਦੇ ਵਿੱਚ ਤੁਹਾਡਾ ਟਾਈਮ ਪੈਣ ਨਹੀਂ ਦੇਣਾ, ਪਊਗਾ ਨਹੀਂ। ਠੀਕ ਹੈ ਜੀ। ਪਰਮਿਟ ਵੈਲਿਡ ਹੋਣਾ ਜ਼ਰੂਰੀ ਹੈ ਜੀ। ਸਾਡੇ ਸਾਰਿਆਂ ਦੇ ਪਰਮਿਟਸ ਜਿਹੜੇ ਨੇ ਵੈਲਿਡ ਨੇ ਜੀ ਮੋਸਟਲੀ। ਠੀਕ ਹੈ ਜੀ। ਅਸੀਂ ਤਾਂ ਬੇਨਤੀ ਇਹ ਕਰਦੇ ਹਾਂ ਵੀ ਜੇ ਕਿਸੇ ਦਾ ਟੈਕਸ ਡਿਊ ਹੈਗਾ ਵੀ ਆ ਵੀ ਸਾਨੂੰ ਮੌਕਾ ਦੇ ਦਿਓ ਜੀ ਭਰਨ ਦਾ। ਅਸੀਂ ਕਿਹੜਾ ਭਰਨ ਤੋਂ ਭੱਜਦੇ ਹਾਂ ਜੀ। ਹੁਣ ਸਮਾਂ ਚਾਹੁੰਦੇ ਆ ਜੀ। ਐਮਨੈਸਟੀ ਸਕੀਮ ਚਾਹੁੰਦੇ ਆ ਜੀ। ਐਮਨੈਸਟੀ ਸਕੀਮ ਗਵਰਨਮੈਂਟ ਦੇ ਹੱਥ ਵਸ ਹੈ ਜੀ, ਗਵਰਨਮੈਂਟ ਦੇ ਸਕਦੀ ਹੈ। ਇਹ ਵੀ ਚਾਹੁੰਦੇ ਹੋ ਵੀ ਜੇ ਪੈਸੇ ਆਉਣਗੇ ਬੱਸਾਂ ਚੱਲਣਗੀਆਂ ਤਾਂ ਟੈਕਸ ਭਰ ਹੋਊ? ਫੇਰ ਹੀ ਭਰ ਹੋਊਗਾ ਜੀ। ਜੇ ਹੁਣ ਆਪਾਂ ਅੱਜ ਬੱਸ ਨੂੰ ਟਾਈਮ ਟੇਬਲ ਚੋਂ ਕੱਢ ਦਿਆਂਗੇ ਜੀ, ਉਹ ਕਹਾਣੀ ਖਤਮ ਹੈ ਜੀ। ਜੀ ਤੋਂ ਚਲਾ ਕੇ ਸਾਡੇ ਤੋਂ ਡੀਜ਼ਲ ਦੇ ਪ੍ਰਾਈਸਿਸ 32 33 ਰੁਪਏ ਲੀਟਰ ਵੱਧ ਗਏ ਜੀ। ਲੇਡੀਜ਼ ਦਾ ਫ੍ਰੀ ਟਰੈਵਲ ਗਵਰਨਮੈਂਟ ਤੇ ਹੋ ਗਿਆ, ਸਾਡੇ ਕੋਲੋਂ ਲੇਡੀਜ਼ ਵੀ ਜਾਂਦੀਆਂ ਰਹੀਆਂ। ਜਿਹੜਾ ਘਟੀ ਹੈ ਪਹਿਲਾਂ ਬਾਈ ਜੀ 45 ਸਵਾਰੀਆਂ ਦੀ ਐਵਰੇਜ ਹੋਵੇ ਜੇ ਬੱਸ 'ਚ ਤਾਂ ਅਸੀਂ ਖਰਚਾ ਬਰਾਬਰ ਆਉਨੇ ਆ ਜੀ। ਸਾਡੇ 'ਚ ਤਾਂ 25 ਸਵਾਰੀਆਂ ਦੀ ਐਵਰੇਜ ਨਹੀਂ ਆਉਂਦੀ ਜੀ। ਤੁਹਾਡੇ ਦੇ ਇਲਜ਼ਾਮ ਲੱਗਦੇ ਨੇ ਪ੍ਰਾਈਵੇਟ ਟਰਾਂਸਪੋਰਟਰਾਂ ਤੇ ਨਿੱਜੀ ਟਰਾਂਸਪੋਰਟਰਾਂ ਤੇ, ਕਹਿੰਦੇ ਪਰਮਿਟ ਇੱਕ ਹੁੰਦਾ ਹੈ, ਬੱਸਾਂ 4-4 ਚੱਲਦੀਆਂ ਨੇ। ਬਾਈ ਜੀ ਬਿਲਕੁਲ ਗਲਤ ਹੈ ਜੀ। ਠੀਕ ਹੈ ਜੀ। ਅਸੀਂ ਤਾਂ 3-3 ਟਾਈਮਾਂ ਦੇ ਵਿੱਚ ਇੱਕ ਬੱਸ ਮਸਾਂ ਚਲਾਉਂਦੇ ਆ ਜੀ, ਇਕੱਠੇ ਕਰਕੇ ਜੀ। ਸਵਾਰੀ ਹੈ ਨਹੀਂ ਸਾਡੇ ਨਾਲ ਬਹਿੰਦੇ। ਹੁਣ ਬਦਲਿਆ ਨਾ, ਕਹਿੰਦੇ ਪਹਿਲਾਂ ਇਦਾਂ ਹੀ ਚੱਲਦਾ। ਗਲਤ ਗੱਲ ਹੈ ਜੀ। ਇਹ ਤਾਂ ਐਵੇਂ ਕਹਿਣ ਦੀਆਂ ਗੱਲਾਂ ਜੀ, ਕੁਝ ਕਹੀ ਜਾਓ। ਜਿਵੇਂ ਸਿੱਧੂ ਸਾਹਿਬ ਨੇ ਕਹਿਤਾ 6000 ਬੱਸਾਂ ਬਾਦਲਾਂ ਕੋਲੇ, ਉਵੇਂ ਕੁਝ ਕਹਿ ਲਓ ਜੀ। ਕਹਿਣ ਤੇ ਕਿਹੜਾ ਟੈਕਸ। 200 ਬੱਸਾਂ ਨੇ ਕੁੱਲ 2200 ਬੱਸ ਹੈ ਜੀ। 6000 ਦਾ ਸਮੇਤ ਰੋਡਵੇ ਪੀਆਰਟੀਸੀ ਪਾ ਕੇ ਨਹੀਂ ਹੈ ਜੀ। 6900 ਬੱਸ ਹੈ ਜੀ ਟੋਟਲ ਰੋਡਵੇ ਪੀਆਰਟੀਸੀ ਪ੍ਰਾਈਵੇਟ ਸਾਰੇ ਪੰਜਾਬ 'ਚ ਜੀ। ਤੇ ਉਹ 6000 ਇਕੱਲੀ ਬਾਦਲਾਂ ਦੀ ਦੱਸੀ ਜਾਂਦੇ ਆ। ਹੁਣ ਪੰਜਾਬ 'ਚ ਜੇ ਗੱਲ ਕਰੀਏ, ਜੇ ਪ੍ਰਾਈਵੇਟ ਟਰਾਂਸਪੋਰਟ ਇਦਾਂ ਘਟਦੀ ਆ ਤਾਂ ਨੁਕਸਾਨ ਹੈ ਪੰਜਾਬ ਦੇ, ਤੁਹਾਨੂੰ ਵੀ ਜਾਂ ਸਵਾਰੀਆਂ ਨੂੰ? ਬਾਈ ਜੀ ਹਰ ਇੱਕ ਨੂੰ ਨੁਕਸਾਨ ਹੈ। ਸਾਨੂੰ ਤਾਂ ਹੈਗਾ ਹੀ ਹੈਗਾ ਜੀ। ਸਾਡਾ ਤਾਂ ਬਿਜ਼ਨਸ ਹੈ ਜੀ। ਸਾਡਾ ਤਾਂ ਬਿਜ਼ਨਸ ਹੈ, ਇਸ ਤਾਂ ਮਾਰੀ ਜਾਵਾਂਗੇ ਜੀ। ਗਵਰਨਮੈਂਟ ਨੂੰ ਵੀ ਨੁਕਸਾਨ ਹੈ ਜੀ। ਗਵਰਨਮੈਂਟ ਨੂੰ ਰੈਵਨਿਊ ਗਵਰਨਮੈਂਟ ਦਾ ਜਾਊਗਾ ਜੀ। ਕੱਲਾ ਮੋਟਰ ਵਹੀਕਲ ਟੈਕਸ ਨਾ ਦੇਖੇ ਜੀ ਸਰਕਾਰ ਡੀਜ਼ਲ ਤੇ ਦੇਖੇ ਕਿੰਨਾ ਕਲਾਈਮੇਟ ਤੇ ਵੀ ਅਸਰ ਪਊ। ਜਿਹੜੇ ਕੰਡਕਟਰ ਡਰਾਈਵਰ ਨਾਲ ਲੱਗੇ, ਇੱਕ ਪਾਸੇ ਤਾਂ ਸਰਕਾਰ ਕਹਿੰਦੀ ਵੀ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਹੈ ਵੀ ਅਸੀਂ ਇੰਪਲੋਇਮੈਂਟ ਦੇਣੀ ਹੈ, ਦੂਜੇ ਪਾਸੇ ਜਿਹੜੀ ਇੰਪਲੋਇਮੈਂਟ ਮਿਲੀ ਹੋਈ ਹੈ ਜੀ ਉਹੀ ਜਾਂਦੀ ਲੱਗ ਰਹੀ ਹੈ ਜੀ। ਵੀ ਅਸੀਂ ਤਾਂ ਬੇਨਤੀ ਕਰਦੇ ਹਾਂ, ਚਲਾਰਾ ਅਪਣਾਇਆ ਜਾ ਸਕਦਾ। ਬਿਲਕੁਲ ਬਣਾਉਣਾ ਚਾਹੀਦਾ ਜੀ। ਸਾਨੂੰ ਅਸੀਂ ਬੇਨਤੀ ਕਰਕੇ ਆਏ ਹਾਂ, ਸਾਨੂੰ ਸੱਦਣ ਜੀ। ਅਸੀਂ ਤਾਂ ਦੁਬਾਰਾ ਜਾਣ ਨੂੰ ਤਿਆਰ ਹਾਂ। ਅਸੀਂ ਉਹ ਵੱਡੇ ਨੇ। ਇਹ ਜਿਹੜਾ ਧੱਬਾ ਲੱਗ ਗਿਆ ਇੱਕ ਮਾਫੀਆ ਦਾ, ਧੱਕੇਸ਼ਾਹੀ ਦਾ, ਕਿ ਸਰਕਾਰੀ ਬੱਸਾਂ ਤੋਂ ਤਾਂ ਤਾਰ ਕੇ ਵੀ ਕਹਿੰਦੇ ਪ੍ਰਾਈਵੇਟ ਵਾਲੇ ਆਪਣੇ ਵੱਲ ਚੜਾ ਲੈਂਦੇ ਨੇ। ਬਾਈ ਜੀ ਸਾਰਾ ਗਲਤ ਹੈ ਜੀ। ਦੇਖੋ ਟਾਈਮ ਟੇਬਲ ਬਣਦੇ ਨੇ। ਹੁਣ ਤੁਹਾਨੂੰ ਮੈਂ ਗਜ਼ਟ ਵਿਖਾਉਣਾ ਜੀ। 18 ਤਰੀਕ ਦੇ ਵਿੱਚ ਅੱਗੇ ਇੱਕ ਦਿਨ 'ਚ ਇੱਕ ਟਾਈਮ ਟੇਬਲ ਦੀ ਡੇਟ ਆਉਂਦੀ ਸੀ ਜੀ। ਸਾਰਿਆਂ ਦੀ ਸਹਿਮਤੀ ਬਣਾ ਕੇ ਪ੍ਰਾਈਵੇਟ ਰੋਡਵੇਜ਼ ਪੀਆਰਟੀਸੀ ਨੂੰ ਬਿਠਾ ਕੇ ਇਕੱਠੇ ਸਹਿਮਤੀ ਕਰਕੇ ਟਾਈਮ ਟੇਬਲ ਫੇਰ ਬਣਦਾ ਹੁੰਦਾ ਸੀ। ਹੁਣ ਇੱਕ ਦਿਨ 'ਚ 20 ਟਾਈਮ ਟੇਬਲ ਰੱਖੇ ਜਾਂਦੇ ਆ ਜੀ। ਸਾਨੂੰ ਤਾਂ ਪੁੱਛਦੇ ਹੀ ਨਹੀਂ ਜੀ। ਜਿਹੜਾ ਐਕਸਟੈਂਸ਼ਨ ਹੋਈ ਹੈ ਪਰਮਿਟ, ਜਿਹੜਾ ਕਿਹਾ ਗਿਆ ਕਿ ਪਹਿਲਾਂ ਇੰਨੇ ਕਿਲੋਮੀਟਰ ਦਾ ਪਰਮਿਟ ਸੀਗਾ ਉਹਨੂੰ ਵਧਾ ਲਿਆ ਗਿਆ, ਉਹਦੇ 'ਚ ਕੀ ਸੱਚਾਈ? ਉਹ 'ਚ ਜੀ ਦੇਖੋ ਜਿਹੜਾ ਕੁਝ ਵੀ ਹੋਇਆ ਅਕੋਰਡਿੰਗ ਟੂ ਮੋਟਰ ਵਹੀਕਲ ਐਕਟ ਹੋਇਆ। ਅਸੀਂ ਆਪਦੇ ਵੱਲੋਂ ਤਾਂ ਕੁਝ ਕੀਤਾ ਨਹੀਂ। ਅਸੀਂ ਐਪਲੀਕੇਸ਼ਨ ਦੇਤੀ, ਗਵਰਨਮੈਂਟ ਨੇ ਕੰਸੀਡਰ ਕਰ ਲਈ। ਕੰਸੀਡਰ ਕਰਕੇ ਸਾਡੇ ਤੋਂ ਪੈਸੇ ਵੀ ਭਰਵਾ ਲਏ। ਪਰ ਕਿਲੋਮੀਟਰ ਨਾ ਜੀ ਰੇਟ ਰੱਖਿਆ ਹੋਇਆ। ਹੁਣ 2750 ਆ। ਸਾਡੇ ਤੋਂ ਪੈਸੇ ਵੀ ਭਰਵਾ ਲਏ, ਸਾਨੂੰ ਐਕਸਟੈਂਸ਼ਨਸ ਦੇਤੀਆਂ ਜੀ। ਹਾਈ ਕੋਰਟ ਨੇ ਉਹ ਸਟਰਕ ਡਾਊਨ ਕਰਤੀਆਂ ਜੀ। ਅਸੀਂ ਕਿਹਾ ਜੀ ਹਾਈ ਕੋਰਟ ਦਾ ਫੈਸਲਾ ਸਿਰ ਮੱਥੇ, ਕੱਟ ਦਿਓ ਤੁਸੀਂ। ਹੁਣ ਜਿੰਨਾ ਪਰਮਿਟ ਉਹਨਾਂ ਚਲਾ ਲਾਂਗੇ ਜੀ। ਹੁਣ ਉਹ ਅਸੀਂ ਤਾਂ ਨਹੀਂ ਕੱਟਣਾ ਜੀ, ਕੱਟਣਾ ਸਰਕਾਰ ਨੇ ਆ ਜੀ। ਕੱਟ ਹੋ ਰਹੇ ਨਹੀਂ। ਹੁਣ ਉਹ ਜਦੋਂ ਕੱਟ ਦੇਣਗੇ ਜੀ, ਸਵੇਰੇ ਕੱਟ ਦੇਣ ਜੀ। ਤੁਸੀਂ ਸਹੀ ਹੋ ਆਪਣੀ ਜਗ੍ਹਾ, ਸਹੀ ਢੰਗ ਨਾਲ ਚੱਲ ਰਹੇ। ਅਸੀਂ ਜਮਾ ਸਹੀ ਚੱਲ ਰਹੇ ਹਾਂ ਜੀ। ਅਸੀਂ ਜੇ ਗਲਤ ਚੱਲਦੇ ਹੋਈਏ ਤਾਂ ਫਿਰ ਤੁਹਾਡੇ ਸਾਹਮਣੇ ਕਿਵੇਂ ਆਈਏ ਜੀ? ਅਸੀਂ ਤਾਂ ਤੁਹਾਡਾ ਸਹਾਰਾ ਲੈਣ ਆਏ ਆ। ਬੇਨਤੀ ਕਰਦੇ ਆ ਵੀ ਅਸੀਂ ਮਰੇ ਪਏ ਆ, ਸਾਡੇ ਹੱਥ ਖੜੇ ਹੋਏ ਪਏ ਆ। ਸਾਡੇ ਤੇ ਗੌਰ ਕਰੋ, ਸਾਨੂੰ ਬਚਾਓ, ਸਾਨੂੰ ਮਾਰੋ ਨਾ। ਵੱਡੇ ਘਰਾਣਿਆਂ ਕਰਕੇ ਤੁਹਾਨੂੰ ਨੁਕਸਾਨ ਹੋਇਆ। ਦੇਖੋ ਜੀ ਹੁਣੇ ਤੁਸੀਂ ਕੁਛ ਮਰਜ਼ੀ ਸਮਝ ਲਓ। ਉਹ ਮੰਤਰੀ ਸਾਹਿਬ ਦਾ ਪਿਛਲੇ ਵਾਲਿਆਂ ਦਾ ਜਿਹੜਾ ਹਿਡਨ ਏਜੰਡਾ ਸੀ ਉਹਦੇ 'ਚੋਂ ਕਾਮਯਾਬ ਹੋ ਗਏ ਜੀ। ਰਗੜੇ ਸਾਡੇ ਵਰਗੇ ਗਏ ਜੀ। ਚਲੋ
ਬਹੁਤ ਧੰਨਵਾਦ। ਸ਼ੁਭਕਰਮਨ ਬਰਾੜ ਹੋਰਾਂ ਨਾਲ ਗੱਲਬਾਤ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਨਿੱਜੀ ਟਰਾਂਸਪੋਰਟਰ ਨੇ ਉਹ ਕੋਈ ਮਾਫੀਆ ਨਹੀਂ ਹੈਗਾ, ਉਹ ਵੀ ਕਾਨੂੰਨ ਮੁਤਾਬਕ ਹੀ ਚੱਲਦੇ ਨੇ, ਮੋਟਰ ਵਹੀਕਲ ਐਕਟ ਮੁਤਾਬਕ ਹੀ ਚੱਲਦੇ ਨੇ। ਪਿਛਲੀ ਸਰਕਾਰ ਜਦੋਂ ਮਨਪ੍ਰੀਤ ਬਾਦਲ ਖਜ਼ਾਨਾ ਮੰਤਰੀ ਸੀਗੇ, ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਤੁਹਾਡਾ ਕਰੋਨਾ ਕਾਲ ਦਾ ਟੈਕਸ ਮਾਫ ਕਰਦੇ ਹਾਂ, ਪਰ ਹੋਇਆ ਨਹੀਂ, ਜਿਸ ਕਰਕੇ ਉਹ ਘਾਟੇ ਦੇ ਵਿੱਚ ਨੇ, ਜਿਸ ਕਰਕੇ ਉਹਨਾਂ ਦਾ ਟੈਕਸ ਨਹੀਂ ਭਰਿਆ ਗਿਆ। ਇਸ ਕਰਕੇ ਉਹ ਵੀ ਚਾਹੁੰਦੇ ਨੇ ਕਿ ਆਮ ਆਦਮੀ ਪਾਰਟੀ ਦੀ ਨਵੀਂ ਬਣੀ ਸਰਕਾਰ ਤੇ ਲਾਲਜੀਤ ਸਿੰਘ ਭੁੱਲਰ ਜਿਹੜੇ ਟਰਾਂਸਪੋਰਟ ਮੰਤਰੀ ਨੇ ਉਹਨਾਂ ਦੀ ਗੱਲ ਸੁਣਨ, ਨੈਗੋਸ਼ੀਏਟ ਕਰਨ, ਉਹਨਾਂ ਨੂੰ ਇਸ ਢੰਗ ਦੇ ਨਾਲ ਸਮਾਂ ਸਾਰਣੀ ਦੇ ਵਿੱਚੋਂ ਨਾ ਕੱਢਿਆ ਜਾਵੇ ਤੇ ਪੰਜਾਬ ਦੇ ਵਿੱਚ ਸਿਰਫ ਟੋਟਲ 900 ਬੱਸਾਂ ਨੇ ਜਿਹੜੀਆਂ ਗੱਲਾਂ ਹੋ ਰਹੀਆਂ ਸੀਗੀਆਂ ਕਿ 6000 ਬੱਸਾਂ ਬਾਦਲ ਪਰਿਵਾਰ ਕੋਲ ਨੇ ਜਾਂ ਵੱਡੇ ਘਰਾਣਿਆਂ ਕੋਲ ਨੇ, ਇਸ ਦੇ ਵਿੱਚ ਉਹ ਕਹਿੰਦੇ ਕੋਈ ਸੱਚਾਈ ਨਹੀਂ ਹੈਗੀ। 2100 ਬੱਸਾਂ ਤਾਂ ਆਮ ਟਰਾਂਸਪੋਰਟਰਾਂ ਦੀਆਂ ਨੇ। ਫਿਲਹਾਲ ਦੇਖਣਾ ਹੋਏਗਾ ਸਰਕਾਰ ਕੀ ਕੁਝ ਕਰਦੀ ਹੈ। ਕੈਮਰਾਮੈਨ ਹਰਦੀਪ ਦੇ ਨਾਲ ਰਣਬੀਰ ਸਿੰਘ ਰਾਣਾ।